ਪਿਆਰੇ ਦਰਸ਼ਕੋ, ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਤੁਹਾਡੀ ਦਿਲਚਸਪੀ ਦੇ ਲਈ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਹਦੇ ਵਚਨ ਦੀ ਰੋਸ਼ਨੀ ਦੇ ਵਿੱਚ ਲਗਾਤਾਰ ਆਤਮਿਕ ਗਿਆਨ ਪ੍ਰਾਪਤ ਕਰਦੇ ਜਾ ਰਹੇ ਹੋ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਵਚਨਾਂ ਦਾ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੋਵੇਗਾ। ਦੋਸਤੋ, ਅਸੀਂ ਪਿਛਲੇ ਕਈ ਦਿਨਾਂ ਤੋਂ ਪ੍ਰਭੂ ਯਿਸੂ ਮਸੀਹ ਜੀ ਦੇ ਪਹਾੜੀ ਉਪਦੇਸ਼ ਵਿੱਚੋਂ ਉਹਦੀਆਂ ਸਿੱਖਿਆਵਾਂ ਦੇ ਉੱਤੇ ਗੌਰ ਕਰਦੇ ਆ ਰਹੇ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਤਲਾਕ ਅਤੇ ਦੂਜੇ ਵਿਆਹ ਦੇ ਬਾਰੇ ਸਿੱਖਿਆ ਸੀ। ਅਸੀਂ ਸਿੱਖਿਆ ਸੀ ਕਿ ਵਿਆਹ ਸਥਾਈ ਹੈ ਅਤੇ ਪਰਮੇਸ਼ਵਰ ਇਹਨੂੰ ਮਾਨਤਾ ਦਿੰਦਾ ਹੈ। ਉਹ ਵਿਆਹ ਦਾ ਆਦਰ ਕਰਦਾ ਹੈ ਅਤੇ ਉਹ ਤਲਾਕ ਨਾਲ ਨਫ਼ਰਤ ਕਰਦਾ ਹੈ। ਅੱਜ ਅਸੀਂ ਇੱਕ ਹੋਰ ਨਵਾਂ ਵਿਸ਼ਾ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੱਤੀ ਦੀ ਅੰਜੀਲ ਦੇ 5 ਅਧਿਆਇ ਦੀ 28 ਤੋਂ 41 ਆਇਤਾਂ ਦੇ ਉੱਤੇ ਗੌਰ ਕਰਾਂਗੇ। ਇਹਨਾਂ ਆਇਤਾਂ ਵਿੱਚ ਪ੍ਰਭੂ ਯਿਸੂ ਜੀ ਸਾਨੂੰ ਉਸ ਪਰਿਸਥਿਤੀ ਦੇ ਵਿੱਚ ਵਰਤਾਓ ਕਰਨਾ ਸਿਖਾਉਂਦੇ ਹਨ ਜਿਸ ਦੇ ਵਿੱਚ ਕਿਸੇ ਮਨੁੱਖ ਨੂੰ ਬਹੁਤ ਹੀ ਬੁਰੀ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ। ਅੱਜ ਅਸੀਂ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਬੇਇੱਜ਼ਤੀ ਦੇ ਪ੍ਰਤੀ ਜਵਾਬਦੇਹੀ ਬਾਰੇ ਚਰਚਾ ਕਰਾਂਗੇ। ਬੇਇੱਜ਼ਤੀ ਦੇ ਪ੍ਰਤੀ ਜਵਾਬਦੇਹੀ ਦੇ ਵਿਸ਼ੇ ਦੀ ਰੂਪਰੇਖਾ ਇਸ ਤਰ੍ਹਾਂ ਹੈ। ਬੇਇੱਜ਼ਤੀ ਦੇ ਪ੍ਰਤੀ ਇੱਕ ਮੂਲਭੂਤ ਜਵਾਬਦੇਹੀ, ਅਨਿਆਏ ਦੇ ਪ੍ਰਤੀ ਇੱਕ ਮੂਲਭੂਤ ਜਵਾਬਦੇਹੀ, ਅਸੁਵਿਧਾ ਦੇ ਪ੍ਰਤੀ ਜਵਾਬਦੇਹੀ, ਥੋੜ ਦੇ ਪ੍ਰਤੀ ਜਵਾਬਦੇਹੀ। ਦੋਸਤੋ, ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਅਧਿਐਨ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਅਤੇ ਪਰਮੇਸ਼ਰ ਦੇ ਵਚਨ ਨੂੰ ਸਿੱਖਣਾ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨਾਂ ਦੇ ਲਈ ਤਿਆਰ ਕਰਦੇ ਹਾਂ। ਅੱਜ ਅਸੀਂ ਮੱਤੀ ਦੀ ਅੰਜੀਲ 5 ਦੇ 38 ਵਚਨ ਤੋਂ ਲੈ ਕੇ 42 ਵਚਨਾਂ ਬਾਰੇ ਗੌਰ ਕਰਾਂਗੇ। ਇਸ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਨੰਬਰ 1, ਬੇਇੱਜ਼ਤੀ ਦੇ ਪ੍ਰਤੀ ਇੱਕ ਮੂਲਭੂਤ ਜਵਾਬਦੇਹੀ। ਨੰਬਰ 2, ਅਨਿਆਏ ਦੇ ਪ੍ਰਤੀ ਇੱਕ ਮੂਲਭੂਤ ਜਵਾਬਦੇਹੀ। ਨੰਬਰ 3, ਅਸੁਵਿਧਾ ਦੇ ਪ੍ਰਤੀ ਪ੍ਰਗਤੀਸ਼ੀਲ ਜਵਾਬਦੇਹੀ। ਨੰਬਰ 4, ਥੋੜ ਦੇ ਪ੍ਰਤੀ ਅਗਾਂਹ-ਵਧੂ ਜਵਾਬਦੇਹੀ। ਭਾਗ ਊੜਾ, ਪ੍ਰਗਤੀਸ਼ੀਲ ਜਵਾਬਦੇਹੀ ਬਦਲਾ ਲੈਣ ਦੇ ਚੱਕਰ ਨੂੰ ਤੋੜਦੀ ਹੈ। ਭਾਗ ਐੜਾ, ਪ੍ਰਗਤੀਸ਼ੀਲ ਜਵਾਬਦੇਹੀ ਮਸੀਹ ਨੂੰ ਜਗਤ ਵਿੱਚ ਅਸਲੀਅਤ ਨਾਲ ਪੇਸ਼ ਕਰਦੀ ਹਨ। ਅਸੀਂ ਪਹਾੜੀ ਉਪਦੇਸ਼ ਦਾ ਅਧਿਐਨ ਕਰ ਰਹੇ ਹਾਂ ਜੋ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਚਨ ਵਿੱਚ ਕਦੇ ਵੀ ਪ੍ਰਚਾਰ ਕੀਤਾ ਗਿਆ ਸਭ ਤੋਂ ਮਹਾਨ ਸੰਦੇਸ਼ ਹੈ। ਕੁਝ ਸਭ ਤੋਂ ਵੱਧ ਕਠਿਨ ਅਤੇ ਚੁਣੌਤੀਆਂ ਭਰੀ ਜਾਣਕਾਰੀ ਜੋ ਆਪ ਬਾਈਬਲ ਵਿੱਚ ਪਾਉਂਦੇ ਹੋ ਉਹ ਮੱਤੀ ਦੀ ਅੰਜੀਲ ਦੇ 5-7 ਅਧਿਆਇ ਵਿੱਚ ਹੈ। ਅੱਜ ਅਸੀਂ ਮੱਤੀ ਦੀ ਅੰਜੀਲ 5 ਅਧਿਆਇ 38 ਵਚਨ ਤੋਂ ਲੈ ਕੇ 42 ਵਚਨਾਂ ਬਾਰੇ ਗੌਰ ਕਰਨ ਜਾ ਰਹੇ ਹਾਂ। ਅੱਜ ਇਹ ਅਮਰੀਕਾ ਦੇ ਫਰਗਾਉਨ ਸ਼ਹਿਰ ਵਿੱਚ ਇੱਕ ਤੇਜ਼ ਤਰਾਰ ਸਰਦੀਆਂ ਦਾ ਦਿਨ ਹੈ। ਇੱਕ ਔਰਤ ਆਪਣੀ ਕਾਰ ਵਿੱਚ ਆ ਕੇ ਟੋਲ ਟੈਕਸ ਦੀ ਖਿੜਕੀ ਉੱਤੇ ਪੈਸਾ ਲੈਣ ਵਾਲੇ ਨੂੰ ਆਖਦੀ ਹੈ, ਮੈਂ ਆਪਣੀ ਕਾਰ ਅਤੇ ਮੇਰੇ ਪਿਛਲੇ 6 ਕਾਰਾਂ ਦੇ ਪੈਸੇ ਦਿੰਦੀ ਹਾਂ। ਉਹ ਆਪਣੇ ਪੈਸੇ ਦੇ ਕੇ ਅੱਗੇ ਵੱਧ ਜਾਂਦੀ ਹੈ। ਅਗਲੇ 6 ਡਰਾਈਵਰ ਆਉਂਦੇ ਹਨ ਅਤੇ ਜਦੋਂ ਆਪਣੇ ਪੈਸੇ ਅਦਾ ਕਰਨ ਲਈ ਦੇਣ ਲੱਗਦੇ ਹਨ ਤਦ ਉਹਨਾਂ ਨੂੰ ਇਹੋ ਦੱਸਿਆ ਜਾਂਦਾ ਹੈ ਕਿ ਕਿਸੇ ਆਪ ਅੱਗੇ ਜਾਣ ਵਾਲੀ ਔਰਤ ਆਪਣੇ ਪੈਸੇ ਦੇ ਚੁੱਕੀ ਹੈ। ਆਪ ਨੂੰ ਅੱਛਾ ਦਿਨ ਨਸੀਬ ਹੋਵੇ। ਉਸ ਪੈਸੇ ਦੇਣ ਵਾਲੀ ਔਰਤ ਨੇ ਕਿਸੇ ਦੋਸਤ ਲਈ ਫਰਿੱਜ ਉੱਤੇ ਇੱਕ ਕਾਰਡ ਚਿਪਕਾਇਆ ਹੋਇਆ ਪੜ੍ਹਿਆ ਸੀ। ਇਸ ਉੱਤੇ ਲਿਖਿਆ ਹੋਇਆ ਸੀ, ਕਦੇ-ਕਦੇ ਦਇਆ ਅਤੇ ਬੇਤੁਕੇ ਖੂਬਸੂਰਤ ਕੰਮ ਕਰਨ ਦਾ ਅਭਿਆਸ ਕਰੋ। ਇਹ ਲਿਖਤ ਉਸ ਉੱਤੇ ਇੱਕ ਤਰ੍ਹਾਂ ਬਹੁਤ ਹੀ ਅਸਰਦਾਰ ਹੋਈ ਸੀ ਅਤੇ ਉਸ ਨੇ ਉਸ ਨੂੰ ਆਪਣੇ ਲਈ ਲਿਖ ਲਿਆ ਸੀ। ਜੈਡੀ ਫਾਰਮੈਨ ਨੇ ਇਹੋ ਹੀ ਲਿਖਤ ਆਪਣੇ ਘਰ ਤੋਂ 100 ਮੀਲ ਦੂਰ ਇੱਕ ਗੁਦਾਮ ਉੱਤੇ ਲਿਖੀ ਸੀ। ਜਦੋਂ ਇਹ ਉਸ ਦੇ ਦਿਮਾਗ ਵਿੱਚ ਕਈ ਦਿਨ ਬਣੀ ਰਹੀ ਤਦ ਉਹ ਦੁਬਾਰਾ ਫਿਰ ਗੁਦਾਮ ਨੂੰ ਗਈ ਤਾਂ ਕਿ ਉਹ ਨਿਸ਼ਚਿੰਤ ਹੋ ਸਕੇ ਕਿ ਉਸ ਨੇ ਇਸ ਨੂੰ ਠੀਕ ਵੀ ਲਿਖਿਆ ਸੀ। ਉਸ ਨੇ ਕਿਹਾ ਕਿ ਇਹ ਤਾਂ ਅਤੁੱਲ ਖੂਬਸੂਰਤ ਸੀ। ਉਸ ਦੱਸ ਰਹੀ ਸੀ ਕਿ ਉਸ ਨੇ ਕਿਉਂ ਇਸ ਨੂੰ ਆਪਣੇ ਸਾਰੇ ਖਤਾਂ ਦੇ ਹੇਠਾਂ ਸਵਰਗ ਤੋਂ ਆਏ ਕਿਸੇ ਸੰਦੇਸ਼ ਦੀ ਤਰ੍ਹਾਂ ਕਿਉਂ ਲਪਟਾਇਆ ਹੋਇਆ ਸੀ। ਉਸ ਦੇ ਪਤੀ ਫਰੈਂਕ ਨੇ ਇਸ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਕਿ ਉਸ ਨੇ ਇਸ ਨੂੰ ਆਪਣੀ 7ਵੀਂ ਜਮਾਤ ਦੇ ਬੱਚਿਆਂ ਦੀ ਜਮਾਤ ਦੇ ਕਮਰੇ ਦੀ ਕੰਧ ਉੱਤੇ ਲਗਾ ਦਿੱਤਾ ਸੀ। 7ਵੀਂ ਜਮਾਤ ਦੇ ਬੱਚਿਆਂ ਵਿੱਚੋਂ ਇੱਕ ਸਥਾਨਕ ਅਖਬਾਰ ਵਿੱਚ ਆਪਣਾ ਲੇਖ ਲਿਖਣ ਵਾਲੇ ਲੇਖਕਾਂ ਦੀ ਧੀ ਸੀ। ਉਸ ਲੇਖਕਾਂ ਨੇ ਉਸ ਨੂੰ ਉਸ ਅਖਬਾਰ ਵਿੱਚੋਂ ਛਾਪ ਦਿੱਤਾ। ਉਸ ਨੇ ਅਜਿਹਾ ਇਹ
ਮੰਨਦਿਆਂ ਕੀਤਾ ਸੀ ਕਿ ਭਾਵੇਂ ਉਸ ਨੂੰ ਇਹ ਪਸੰਦ ਸੀ, ਫਿਰ ਵੀ ਉਹ ਨਹੀਂ ਸੀ ਜਾਣਦੀ ਕਿ ਉਹ ਕਿੱਥੋਂ ਆਇਆ ਹੈ ਅਤੇ ਇਸ ਦਾ ਅਰਥ ਕੀ ਸੀ। 2 ਦਿਨ ਬਾਅਦ ਉਸਨੇ 40 ਸਾਲਾਂ ਦੀ ਲੰਬੀ ਝੰਬੀ ਔਰਤ ਐਨ ਹਾਰਬਰਟ ਤੋਂ ਸੁਣਿਆ। ਹਾਰਬਰਟ ਕੈਲੀਫੋਰਨੀਆ ਦੇ 10 ਸਭ ਤੋਂ ਬਦਤਨੀ ਜ਼ਿਲ੍ਹਿਆਂ ਵਿੱਚੋਂ ਇੱਕ ਮੈਰਿਨ ਕਾਉਂਟੀ ਦੀ ਵਸਨੀਕ ਹੈ, ਜਿੱਥੋਂ ਉਹ ਘਰਾਂ ਵਿੱਚ ਛੋਟੇ-ਮੋਟੇ ਕੰਮ ਕਰਕੇ ਬਸ ਆਪਣਾ ਗੁਜ਼ਾਰਾ ਕਰਦੀ। ਉਹ ਸਨਸਲੀਟੋ ਨਾਂ ਦੇ ਰੈਸਟੋਰੈਂਟ ਵਿੱਚ ਸੀ, ਜਿੱਥੋਂ ਉਸਨੇ ਇਹ ਗੱਲ ਇੱਕ ਪੇਪਰ ਉੱਤੇ ਲਿਖੀ ਜੋ ਉਸਨੇ ਮਨ ਵਿੱਚ ਕਈ ਦਿਨਾਂ ਤੋਂ ਬਾਰ-ਬਾਰ ਆਉਂਦੀ ਸੀ। ਇੱਕ ਮਨੁੱਖ ਜੋ ਉਸ ਦੇ ਲਾਗੇ ਬੈਠਾ ਸੀ, ਉਸਨੇ ਉਸ ਔਰਤ ਨੂੰ ਇਸ ਤਰ੍ਹਾਂ ਕਰਦੇ ਵੇਖਿਆ ਅਤੇ ਇਸ ਨੂੰ ਆਪਣੇ ਵਾਸਤੇ ਲਿਖ ਲਿਆ। ਇਸ ਦੇ ਪਿੱਛੇ ਇਹ ਵਿਚਾਰ ਪਾਇਆ ਜਾਂਦਾ ਹੈ, ਜਿਵੇਂ ਇਸ ਦੇ ਲੇਖਕ ਨੇ ਆਖਿਆ ਸੀ, ਜੋ ਕੁਝ ਵੀ ਆਪ ਸੋਚਦੇ ਹੋਵੋ ਕਿ ਇਹ ਹੋਣ ਚਾਹੀਦਾ ਹੈ, ਬਸ ਉਸ ਨੂੰ ਕਦੇ-ਕਦੇ ਕਰ ਲਿਆ ਕਰੋ। ਦਿਆਲਤੀ ਠੀਕ ਇਸੇ ਤਰ੍ਹਾਂ ਦੀ ਹੈ। ਉਹ ਸਾਰੀ ਜਾ ਸਕਦੀ ਹੈ ਜਦੋਂ ਵੀ ਆਪ ਸੋਚਦੇ ਹੋ ਕਿ ਕੁਝ ਜੋ ਕੀਤਾ ਜਾਣ ਦੀ ਜ਼ਰੂਰਤ ਹੈ, ਤਦ ਭਾਵੇਂ ਆਪ ਦੇ ਲਾਗੇ ਕੋਈ ਵੀ ਕਿਉਂ ਨਾ ਹੋਵੇ, ਬਸ ਉਸ ਨੂੰ ਕਰ ਲਵੋ। ਪੈਟਰਫੈਂਡ ਐਗਰੋ ਨੇ ਨਾਂ ਦੇ ਇਲਾਕੇ ਵਿੱਚ ਇੱਕ ਮਨੁੱਖ ਕਿਸੇ ਅਣਜਾਣੇ ਮਨੁੱਖ ਦੇ ਕਾਰ ਪਾਰਕਿੰਗ ਦੀ ਫੀਸ ਦੇ ਮੀਟਰ ਠੀਕ ਸਮੇਂ ਤੇ ਇੱਕ ਸਿੱਕਾ ਪਾ ਦਿੰਦਾ ਹੈ। ਪੈਟਰਸਨ ਨਾਂ ਦੇ ਨਿਊਯਾਰਕ ਦੇ ਇਲਾਕੇ ਵਿੱਚ ਇੱਕ ਦਰਜਨ ਲੋਕ ਬਾਲਟੀਆਂ, ਪੌਂਚਿਆਂ ਅਤੇ ਫੁੱਲਾਂ ਦੇ ਗੱਠੇ ਲੈ ਕੇ ਇੱਕ ਪੁਰਾਣੇ ਮਕਾਨ ਉੱਤੇ ਕੰਮ ਕਰਨ ਵਾਲੀ ਢਾਬਾ ਬੋਲਿਆ ਇਸ ਨੂੰ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਫ਼ ਕਰ ਦਿੰਦੇ ਹਨ, ਜਦੋਂ ਕਿ ਇਸ ਵਿੱਚ ਰਹਿਣ ਵਾਲੇ ਬਜ਼ੁਰਗ ਅਤੇ ਕਮਜ਼ੋਰ ਲੋਕ ਹੈਰਾਨ ਹੋ ਕੇ ਵੇਖਦੇ ਅਤੇ ਮੁਸਕਰਾ ਰਹੇ ਹਨ। ਸ਼ਿਕਾਗੋ ਸ਼ਹਿਰ ਵਿੱਚ ਇੱਕ 13 ਤੋਂ 19 ਸਾਲ ਦਾ ਲੜਕਾ ਆਪਣੇ ਖੁਦ ਦੇ ਰਾਸਤੇ ਵਿੱਚੋਂ ਬਰਫ਼ ਸਾਫ਼ ਕਰ ਰਿਹਾ ਹੁੰਦਾ ਹੈ। ਕੋਈ ਵੀ ਉਸ ਨੂੰ ਨਹੀਂ ਵੇਖ ਰਿਹਾ। ਉਹ ਸੋਚਦਾ ਹੈ ਅਤੇ ਉਹ ਗੁਆਂਢੀ ਦੇ ਰਾਹ ਦੀ ਬਰਫ਼ ਵੀ ਸਾਫ਼ ਕਰ ਦਿੰਦਾ ਹੈ। ਇੱਕ ਮਨੁੱਖ ਸੜਕ ਦੇ ਕੰਢੇ-ਕੰਢੇ ਫੁੱਲਾਂ ਦੇ ਬੂਟੇ ਲਗਾ ਰਿਹਾ ਹੈ, ਜਦੋਂ ਕਿ ਉਸ ਦੀ ਕਮੀਜ਼ ਲਾਗਿਓ ਗੁਜ਼ਰਨ ਵਾਲੀਆਂ ਕਾਰਾਂ ਦੀ ਹਵਾ ਨਾਲ ਉੱਡ ਰਹੀ ਹੈ। ਅਟਲਾਂਟਾ ਸ਼ਹਿਰ ਵਿੱਚ ਇੱਕ ਮਨੁੱਖ ਇੱਕ ਹਰੇ ਰੰਗ ਦੇ ਪ੍ਰਕਾਰ ਵਿੱਚ ਬੈਂਚ ਉੱਤੇ ਬੈਠਾ ਲਿਖੇ ਅਖਬਾਰਾਂ ਨੂੰ ਸਾਫ਼ ਕਰ ਦਿੰਦਾ ਹੈ ਅਤੇ ਬਸ ਕਦੇ-ਕਦੇ ਕੀਤੇ ਬਹੁਤ ਹੀ ਖੂਬਸੂਰਤੀ ਦੇ ਕੰਮ ਹਨ। ਉਹ ਲੇਖਕ ਜੋ ਇਹਨਾਂ ਕਹਾਣੀਆਂ ਨੂੰ ਲਿਖਦੇ ਹਨ, ਉਹ ਇਹਨਾਂ ਨੂੰ ਕਦੇ-ਕਦੇ ਕੀਤੇ ਜਾਂਦੇ ਕੰਮਾਂ ਨੂੰ ਨਾਂ ਦਿੰਦੇ ਹਨ। ਛਾਪਾਮਾਰ ਭਲਾਈ, ਸਰਕਾਤਮਕ ਅਰਾਜਕਤਾ ਅਤੇ ਇੱਕ ਮਿੱਠੀ ਘਬਰਾਹਟ। ਅਸੀਂ ਭਾਵੇਂ ਮਸੀਹੀ ਹਾਂ ਜਾਂ ਨਹੀਂ, ਸਾਡੇ ਵਿੱਚੋਂ ਸਾਰੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਪੜ੍ਹਨ ਤੋਂ ਪਿੱਛੇ ਹਟਦਿਆਂ ਇਹ ਆਖੇਗੇ, ਛਾਪਾਮਾਰ ਭਲਾਈ ਹੁੰਦੀ ਰਹੇ, ਸਰਮਾਤਮਿਕ ਅਰਾਜਕ ਨਾਜ਼ੁਕ ਕਰਨ ਦਿਓ ਅਤੇ ਕੌਣ ਇੱਕ ਮਿੱਠੀ ਘਬਰਾਹਟ ਦਾ ਇਸਤੇਮਾਲ ਹੁਣੇ ਅਤੇ ਦੁਬਾਰਾ ਨਹੀਂ ਕਰ ਸਕਦਾ ਸੀ। ਪਰ ਮੈਂ ਇੱਥੇ ਆਪ ਨੂੰ ਇਹ ਦੱਸਣ ਲਈ ਹਾਂ ਕਿ ਛਾਪਾਮਾਰ ਭਲਾਈ ਦਾ ਆਰੰਭ ਕੈਲੀਫੋਰਨੀਆ ਦੇ ਮੈਰਿਨਕੰਟ ਜ਼ਿਲ੍ਹੇ ਵਿੱਚ ਨਹੀਂ ਸੀ ਹੋਇਆ। ਜੋ ਕੁਝ ਬਾਈਬਲ ਬਾਣੀ ਵਿੱਚ ਅੱਜ ਸਾਡੇ ਸਾਹਮਣੇ ਹੈ, ਉਹ ਬੁਨਿਆਦੀ ਵਰਤਾਓ ਵਿੱਚ ਛੇਕੜਲਾ ਹੈ। ਜੋ ਗੱਲਾਂ ਯਿਸੂ ਜੀ ਆਪਣੇ ਚੇਲਿਆਂ ਨੂੰ ਦੱਸਣ ਹੀ ਵਾਲੇ ਹਨ, ਉਹ ਪਹਾੜੀ ਉਪਦੇਸ਼ ਵਿੱਚ ਅਜੇ ਵੀ ਸਭ ਤੋਂ ਵੱਧ ਅਨਿਆਦਪੂਰਕ ਵਿਚਾਰ ਹਨ। ਮੱਤੀ 5:38 ਵਚਨ ਤੋਂ ਲੈ ਕੇ 42 ਦੇ ਵਚਨ ਹਨ। ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ, ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਪਰ ਮੈਂ ਤੁਹਾਨੂੰ ਆਖਦਾ ਹਾਂ, ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ, ਸਗੋਂ ਜੋ ਕੋਈ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ ਤਾਂ ਤੂੰ ਦੂਈ ਵੀ ਉਹਦੀ ਵੱਲ ਭੁਆ ਦੇਣਾ, ਅਤੇ ਜਿਹੜਾ ਤੇਰੇ ਉੱਤੇ ਲਾਲਚ ਕਰਕੇ ਤੇਰਾ ਕੁੜਤਾ ਲੈਣਾ ਚਾਹੇ, ਤੂੰ ਉਹਨੂੰ ਚਾਦਰ ਵੀ ਲੈਣ ਦੇ। ਅਤੇ ਜੋ ਕੋਈ ਤੈਨੂੰ ਇੱਕ ਜਿਹਾ ਵਿਗਾੜ ਲੈ ਜਾਵੇ ਤਾਂ ਉਹਦੇ ਨਾਲ 2 ਕੋਹ ਚਲਾ ਜਾ। ਜਿਹੜਾ ਤੇਰੇ ਤੋਂ ਮੰਗੇ ਉਹਨੂੰ ਦੇ, ਅਤੇ ਜੋ ਤੇਰੇ ਕੋਲ ਉਧਾਰ ਮੰਗੇ ਉਸ ਤੋਂ ਮੂੰਹ ਨਾ ਮੋੜ। ਇਹ ਛਾਪਾਮਾਰ ਭਲਾਈ ਆਤਮਿਕ ਅਰਾਜਕਤਾ ਅਤੇ ਬੁਨਿਆਦੀ ਮਸੀਹਤ ਨਾਲ ਸੰਬੰਧਿਤ ਪ੍ਰਸਿੱਧ ਵਚਨ ਹੈ। ਬਾਈਬਲ ਬਾਣੀ ਦੇ ਇਸ ਭਾਗ ਵਿੱਚ ਜ਼ਿਕਰ ਕੀਤਾ ਗਿਆ ਆਪਣੇ ਸੰਦੇਸ਼ ਵਿੱਚ ਯਹੂਦੀ ਸਰੋਤਿਆਂ ਦੇ ਰੋਜ਼ ਮੰਗਾਂ ਦੇ ਜੀਵਨ ਵਿੱਚੋਂ ਲਈਆਂ 4 ਉਦਾਹਰਨਾਂ ਦਾ ਇਸਤੇਮਾਲ ਕਰਦੇ ਹਨ। ਇਹਨਾਂ ਉਦਾਹਰਨਾਂ ਦੀ ਸ਼ਕਤੀ ਅਕਸਰ ਆਧੁਨਿਕ ਲੇਖਕ ਉੱਤੇ ਖੋ ਜਾਂਦੀ ਹੈ, ਕਿਉਂਕਿ ਉਹ ਇਸ ਕਹਾਣੀ ਦੇ ਪਿਛੋਕੜਾਂ ਵਿੱਚੋਂ ਪਿੱਛੇ ਜਾਣ ਲਈ ਸਮਾਂ ਨਹੀਂ ਲਾਉਂਦੇ। ਇਸ ਨੂੰ ਬਾਹਰੋਂ ਪੜ੍ਹਨਾ ਕੁਝ ਨਾ ਕੁਝ ਦੱਸਣਾ ਹੈ, ਪਰ ਜਦੋਂ ਤੱਕ ਆਪ ਇਹ ਨਹੀਂ ਕਿ ਜਾਣਦੇ ਕਿ ਸਾਡੇ ਪ੍ਰਭੂ ਦੇ ਇਹਨਾਂ ਵਿਆਖਿਆ ਦੇ ਪਿੱਛੇ ਕੀ ਹੈ, ਤਦ ਤੱਕ ਆਪ ਕਦੇ ਵੀ ਉਸ ਬੁਨਿਆਦੀ ਧਾਰਮਿਕਤਾ ਨੂੰ ਮਜ਼ਬੂਤੀ ਨਾਲ ਨਹੀਂ ਪਕੜੋਗੇ ਜਿਸ ਦੀ ਮੰਗ ਯਿਸੂ ਕਰ ਰਿਹਾ ਹੈ। ਜਿਉਂ-ਜਿਉਂ ਅਸੀਂ ਇਹਨਾਂ ਵਚਨਾਂ ਦਾ ਅਧਿਐਨ ਕਰਦੇ ਹਾਂ, ਮੈਂ ਚਾਹੁੰਦਾ ਹਾਂ ਕਿ ਆਪ ਇਹਨਾਂ 4 ਉਦਾਹਰਨਾਂ ਉੱਤੇ ਗੌਰ ਕਰੋ, ਪਰ ਮੈਂ ਚਾਹੁੰਦਾ ਹਾਂ ਕਿ ਆਪ ਇਹ ਸਮਝ ਲਵੋ ਕਿ ਉਹ ਇੱਕ ਆਮ ਵਤੀਰਾ ਨੂੰ ਪੇਸ਼ ਕਰ ਰਹੀਆਂ ਹਨ, ਜਿਸ ਦੇ ਬਾਰੇ ਯਿਸੂ ਜੀ ਨੇ ਚਾਹਿਆ ਸੀ ਕਿ ਉਸ ਨੂੰ ਸੁਣਨ ਵਾਲੇ ਸਮਝ ਲੈਣ। ਨੰਬਰ 1, ਬੇਇੱਜ਼ਤੀ ਦੇ ਪ੍ਰਤੀ ਇੱਕ ਮੂਲ
ਨਿਰਭਉਤ ਜਵਾਬਦੇਹੀ। ਇੱਕ ਵਾਰ ਫਿਰ ਉਹ ਸ਼ੁਰੂਆਤ ਇਹਨਾਂ ਵਚਨਾਂ ਨਾਲ ਕਰਦੇ ਹਨ। ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ। ਅਸੀਂ ਇਹ ਸਿੱਖ ਚੁੱਕੇ ਹਾਂ ਕਿ ਜਦੋਂ ਸਾਡੇ ਪ੍ਰਭੂ ਜਾਣਕਾਰੀ ਇਹਨਾਂ ਵਚਨਾਂ ਦਾ ਇਸਤੇਮਾਲ ਕਰਦਾ ਹੈ, ਤਦ ਹੁਣ ਉਹ ਵਿਵਸਥਾ ਦਾ ਅਸਲ ਅਰਥ ਦੱਸਣ ਹੀ ਵਾਲਾ ਹੈ। ਉਹ ਪੁਰਾਣੀ ਵਿਵਸਥਾ ਦੀ ਨਵੀਂ ਵਿਆਖਿਆ ਪੇਸ਼ ਨਹੀਂ ਕਰ ਰਿਹਾ, ਉਹ ਤਾਂ ਪੁਰਾਣੀ ਵਿਵਸਥਾ ਦੀ ਅਸਲ ਵਿਆਖਿਆ ਪੇਸ਼ ਕਰ ਰਿਹਾ ਹੈ। ਉਹ ਸਾਨੂੰ ਯਾਦ ਕਰਾ ਰਿਹਾ ਹੈ ਕਿ ਵਿਵਸਥਾ ਬਸ ਕੋਈ ਇਹੋ ਜਿਹੀ ਚੀਜ਼ ਨਹੀਂ ਜਿਸ ਦੀ ਅਸੀਂ ਬਾਹਰੀ ਤੌਰ ਤੇ ਆਗਿਆਕਾਰੀ ਕਰਦੇ ਹਾਂ, ਪਰ ਇਹ ਤਾਂ ਇੱਕ ਇਹੋ ਜਿਹੀ ਚੀਜ਼ ਹੈ ਜੋ ਉਸ ਵਿਅਕਤੀ ਠੀਕ ਦਿਲ ਤੱਕ ਜਾਂਦੀ ਹੈ। ਉਹ ਆਖਦੇ ਹਨ, ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਹੈ। ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਇਸ ਹਵਾਲੇ ਦਾ ਇਸਤੇਮਾਲ ਕਰਦਿਆਂ ਯਿਸੂ ਜੀ ਪੁਰਾਣੇ ਨੇਮ ਦੇ ਬਦਲੇ ਦੇ ਨਿਯਮਾਂ ਦਾ ਜ਼ਿਕਰ ਕਰ ਰਹੇ ਹਨ। ਇਹ ਨਿਯਮ ਪੁਰਾਣੇ ਨੇਮ ਵਿੱਚ ਮੂਸਾ ਦੀ ਵਿਵਸਥਾ ਵਿੱਚ ਇਸ ਵਰਗੇ ਬਾਈਬਲ ਬਾਣੀ ਦੇ ਵਚਨਾਂ ਵਿੱਚ ਗਹਿਰਾਈ ਨਾਲ ਜੁੜੇ ਹੋਏ ਸਨ। ਕੂਚ 21 ਦੇ ਆਇਤ 23 ਵਚਨ ਤੋਂ ਲੈ ਕੇ 25 ਵਚਨ ਤੱਕ। ਪਰੰਤੂ ਜੇ ਕੋਈ ਕਸਰ ਹੋ ਜਾਏ ਤਾਂ ਜੀਵਨ ਦੇ ਵੱਟੇ ਜੀਵਨ, ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ, ਸੜਕ ਦੇ ਵੱਟੇ ਸੜਕ, ਫੱਟੇ ਦੇ ਵੱਟੇ ਫੱਟੇ, ਸੱਟ ਦੇ ਵੱਟੇ ਸੱਟ। ਉਹ ਪੁਰਾਣੇ ਨੇਮ ਦੇ ਬਦਲੇ ਦੀ ਵਿਵਸਥਾ ਵਿੱਚ ਗਰੰਟੀ ਦੇਣ ਦੇ ਲਈ ਨਹੀਂ ਸੀ ਬਖਸ਼ੀ ਗਈ ਕਿ ਲੋਕ ਬੱਟਾ ਲੈਂਦੇ ਹਨ ਜਦੋਂ ਉਹਨਾਂ ਨੂੰ ਸੱਟ ਮਾਰੀ, ਪਰ ਇਹ ਤਾਂ ਉਹਨਾਂ ਦੇ ਬਦਲੇ ਲੈਣ ਦੀ ਆਸ ਨੂੰ ਸੀਮਿਤ ਕਰਨ ਲਈ ਬਖਸ਼ੀ ਗਈ ਸੀ, ਕਿਉਂਕਿ ਮਨੁੱਖ ਜਾਤੀ ਦੇ ਸੁਭਾਅ ਦੇ ਅਨੁਸਾਰ ਜੇਕਰ ਇਸ ਵਿਅਕਤੀ ਨੂੰ ਚੋਟ ਮਾਰੀ ਜਾਂਦੀ ਹੈ, ਤਦ ਸਾਡੇ ਕੰਮ ਕਰਨ ਦੇ ਤੌਰ ਤਰੀਕੇ ਦੇ ਅਨੁਸਾਰ ਤਦ ਉਹ ਉਸ ਨਾਲੋਂ ਵੱਧ ਬਦਲਾ ਲੈ ਸਕਦਾ ਸੀ ਜਿੰਨਾ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਸੀ। ਅਤੇ ਇਸ ਤਰ੍ਹਾਂ ਯਿਸੂ ਨੇ ਅੱਖ ਦੇ ਵੱਟੇ ਅੱਖ ਇਸ ਕਰਕੇ ਨਹੀਂ ਸੀ ਕਿਹਾ ਕਿ ਹਮੇਸ਼ਾ ਹੀ ਬਦਲਾ ਲਿਆ ਜਾਵੇ, ਪਰ ਯਿਸੂ ਨੇ ਆਪਣੇ ਪੁਰਾਣੇ ਨੇਮ ਦੀ ਵਿਵਸਥਾ ਦੀ ਸਰੋਤਿਆਂ ਨੂੰ ਯਾਦ ਕਰਾਇਆ, ਜੋ ਕਿ ਇਸ ਥਾਂ ਤੇ ਇਸ ਕਰਕੇ ਰੱਖਿਆ ਗਿਆ ਸੀ ਤਾਂ ਕਿ ਪੁਰਾਣੇ ਨੇਮ ਦੇ ਯਹੂਦੀਆਂ ਨੂੰ ਬਦਲੇ ਦੀਆਂ ਉਹਨਾਂ ਹੱਦਾਂ ਤੋਂ ਪਾਰ ਜਾਣ ਦੇ ਰੋਕਣਾ ਸੀ। ਅਕਸਰ ਜਦੋਂ ਅਸੀਂ ਇਹਨਾਂ ਵਚਨਾਂ ਨੂੰ ਅੱਜ ਵੀ ਸੁਣਦੇ ਹਾਂ ਤਦ ਅਸੀਂ ਸੋਚਦੇ ਹਾਂ ਕਿ ਇਹ ਬਾਈਬਲ ਵਿੱਚੋਂ ਹੋਣਾ ਹੁਣ ਵੀ ਚਾਹੀਦਾ ਹੈ। ਅੱਖ ਦੇ ਵੱਟੇ ਅੱਖ ਅਤੇ ਦੰਦ ਦੇ ਵੱਟੇ ਦੰਦ। ਪਰ ਉਹ ਜੋ ਅਸੀਂ ਨਹੀਂ ਸਮਝਦੇ ਉਹ ਇਹ ਹੈ, ਜੇਕਰ ਇਹ ਬਾਈਬਲ ਦੇ ਪੁਰਾਣੇ ਨੇਮ ਵਿੱਚ ਨਾ ਲਿਖਿਆ ਹੁੰਦਾ ਤਦ ਪੁਰਾਣੇ ਨੇਮ ਦੇ ਯਹੂਦੀਆਂ ਨੇ ਤਾਂ ਇੱਕ ਅੱਖ ਦੇ ਵੱਟੇ ਅੱਖ ਦੇ ਬਜਾਏ ਅੱਖ ਦੇ ਵੱਟੇ ਪੂਰਾ ਸਰੀਰ ਹੀ ਲੈ ਲਿਆ ਹੁੰਦਾ। ਯਿਸੂ ਇਸ ਪੁਰਾਣੇ ਨੇਮ ਦੇ ਬਦਲੇ ਨਿਯਮ ਨੂੰ ਯਾਦ ਆਪਣੇ ਸੁਣਨ ਵਾਲਿਆਂ ਨੂੰ ਦਿਲਾਉਂਦਾ ਹੈ। ਇਹ ਤਾਂ ਸੱਚਮੁੱਚ ਪਿੱਛੇ ਉਤਪਤੀ ਦੀ ਪੁਸਤਕ ਤੱਕ ਜਾਂਦਾ ਹੈ, ਠੀਕ ਬਾਈਬਲ ਦੇ ਆਰੰਭ ਵਿੱਚ, ਜਿੱਥੇ ਅਸੀਂ ਇਹ ਪੜ੍ਹਦੇ ਹਾਂ, ਉਹ ਜੋ ਮਨੁੱਖ ਦਾ ਲਹੂ ਬਹਾਉਂਦਾ ਹੈ, ਮਨੁੱਖ ਦੇ ਦੁਆਰਾ ਹੀ ਉਸ ਲਹੂ ਨੂੰ ਬਹਾਇਆ ਜਾਵੇਗਾ। ਇਹ ਬਦਲਾ ਲੈਣਾ ਮੰਗ ਕਰਨ ਲਈ ਨਹੀਂ ਸੀ, ਬਲਕਿ ਇਹ ਤਾਂ ਬਦਲੇ ਨੂੰ ਸੀਮਤ ਕਰਨ ਲਈ ਸਨ। ਠੀਕ ਸ਼ੁਰੂ ਵਿੱਚ ਹੀ ਸਾਨੂੰ ਇਸ ਨੂੰ ਸਮਝ ਲੈਣਾ ਮਹੱਤਵਪੂਰਨ ਹੈ। ਇਹ ਪੁਰਾਣੇ ਨੇਮ ਦੀ ਵਿਆਖਿਆਨ ਹੈ ਜੋ ਆਪ ਸੰਦੇਸ਼ ਦੇ ਇਸ ਭਾਗ ਦੇ ਠੀਕ ਸ਼ੁਰੂ ਵਿੱਚ ਹੀ ਜ਼ਿਕਰ ਕਰ ਰਹੇ ਹੋ। ਇਹ ਨਿੱਜੀ ਬਦਲਾ ਲੈਣ ਦੇ ਬਾਰੇ ਨਹੀਂ ਹਨ, ਉਹ ਤਾਂ ਮੈਜਿਸਟ੍ਰੇਟ ਅਤੇ ਨਿਆਂਕਾਰ ਦੇ ਬਾਰੇ ਹਨ ਜੋ ਕਿ ਕਾਨੂੰਨ ਨਾਲ ਜੁੜੇ ਹੋਏ ਸਨ ਅਤੇ ਉਸ ਨਾਲ ਜੋ ਵਿਵਸਥਾ ਨੂੰ ਠੋਕਰ ਖਵਾਉਂਦਾ ਸੀ। ਯਿਸੂ ਨੇ ਠੀਕ ਇੱਥੇ ਮੱਤੀ 5 ਅਧਿਆਇ ਵਿੱਚ ਆਖਿਆ ਸੀ, ਦੁਸ਼ਟ ਦਾ ਸਾਹਮਣਾ ਨਾ ਕਰ। ਕੋਈ ਇਸ ਨੂੰ ਵੇਖ ਕੇ ਆਖਣ ਜਾ ਰਿਹਾ ਹੈ ਕਿ ਇਹ ਤਾਂ ਸਭ ਤੋਂ ਵੱਧ ਅਨਿਆਇਪੂਰਕ ਗੱਲ ਹੈ ਜੋ ਉਹਨਾਂ ਦੇ ਜੀਵਨ ਵਿੱਚ ਸੁਣੀ ਹੋਵੇ। ਕੀ ਇਸ ਦਾ ਅਰਥ ਹੁੰਦਾ ਹੈ ਕਿ ਜਗਤ ਦੇ ਸਾਰੇ ਮੁਲਕਾਂ ਨੂੰ ਆਪਣੀਆਂ ਸਾਰੀਆਂ ਫੌਜਾਂ ਉੱਤੇ ਉਹਨਾਂ ਦੀਆਂ ਸਮੁੰਦਰੀ ਸੈਨਾਵਾਂ ਉੱਤੇ ਰੋਕ ਲਗਾਈ ਦੇਣੀ ਚਾਹੀਦੀ ਹੈ? ਇਹ ਦੇਸ਼ ਉਸ ਰਾਜ ਵਿੱਚ ਨਹੀਂ ਹਨ, ਇਹ ਪਰਮੇਸ਼ਰ ਦੇ ਰਾਜ ਦੀ ਜਾਣਕਾਰੀ ਹੈ। ਭਵਿੱਖ ਵਿੱਚ ਇੱਕ ਦਿਨ ਸਾਰੇ ਦੇਸ਼ ਇਸ ਤਰ੍ਹਾਂ ਕਾਰਜ ਕਰਨਗੇ। ਬਾਈਬਲ ਦੱਸਦੀ ਹੈ ਕਿ ਇੱਕ ਦਿਨ ਭਵਿੱਖ ਵਿੱਚ ਇਸ ਜਗਤ ਦੀਆਂ ਪਾਤਸ਼ਾਹੀਆਂ ਸਾਡੇ ਪਰਮੇਸ਼ਰ ਅਤੇ ਉਸ ਦੇ ਮਸੀਹ ਦੀ ਪਾਤਸ਼ਾਹੀਆਂ ਬਣ ਜਾਣਗੀਆਂ। ਯਸ਼ਾਇਆ ਨਬੀ 2:4 ਦੇ ਵਚਨ ਹਨ, ਉਹ ਕੌਮਾਂ ਵਿੱਚ ਨਿਆਂ ਕਰੇਗਾ ਤੇ ਬਹੁਤੀਆਂ ਕੌਮਾਂ ਦਾ ਫੈਸਲਾ ਕਰੇਗਾ। ਉਹ ਆਪਣੀ ਤਲਵਾਰ ਨੂੰ ਕੱਟ ਕੇ ਫਲੇ ਬਣਾਉਣਗੇ ਅਤੇ ਆਪਣੇ ਵਰਸ਼ਿਆਂ ਨੂੰ ਢਾਤ ਕੌਮਾਂ ਤੇ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਫਿਰ ਕਦੀ ਵੀ ਲੜਾਈ ਨਾ ਸਿੱਖਣਗੇ। ਇੱਕ ਸਮਾਂ ਆ ਗਿਆ ਹੈ ਜਦੋਂ ਮੱਤੀ 5 ਅਧਿਆਏ ਅਤੇ ਵਚਨ ਦਾ ਇਹ ਭਾਗ ਜੋ ਅਸੀਂ ਅੱਜ ਪੜ੍ਹਿਆ ਹੈ ਉਹ ਕੌਮਾਂ ਦੇ ਬਾਰੇ ਅਤੇ ਸਾਡੇ ਵਰਗੀਆਂ ਕੌਮਾਂ ਵਾਸਤੇ ਵੀ ਸੱਚ ਹੀ ਹੋਵੇਗਾ। ਪਰ ਅਜੇ ਅਸੀਂ ਉਸ ਦਿਨ ਵਿੱਚ ਨਹੀਂ ਰਹਿ ਰਹੇ। ਇਹ ਵਚਨ ਦਾ ਭਾਗ ਇਸ ਬਾਰੇ ਨਹੀਂ ਹੈ ਕਿ ਕੌਮਾਂ ਕਿਵੇਂ ਕੰਮ ਕਰਦੀਆਂ ਹਨ ਅਤੇ ਕਿਵੇਂ ਹਥਿਆਰ ਦਾ ਭਰੰਗਣ ਉੱਤੇ ਰੋਕ ਲਗਾ ਰਹੀਆਂ ਹਨ। ਸਾਨੂੰ ਆਪਣੇ ਆਪ ਦੀ ਰੱਖਿਆ ਕਰਨੀ ਪੈਣੀ ਹੈ, ਕਿਉਂਕਿ ਅੱਜ ਇਹ ਜਗਤ ਇਸੇ ਤਰ੍ਹਾਂ ਕਾਰਜ ਕਰਦਾ ਹੈ। ਇਹ ਉਸ ਰਾਜ ਦੇ ਵਿਅਕਤੀਗਤ ਮੈਂਬਰਾਂ ਦੇ ਬਾਰੇ ਹੈ। ਪਰਮੇਸ਼ਰ ਦਾ ਰਾਜ ਹੁਣ ਸਾਡੇ ਦਿਲਾਂ ਦੇ ਅੰਦਰ ਹੈ। ਕਿਸੇ ਦਿਨ ਇਹ ਇਸ ਧਰਤੀ ਉੱਤੇ ਹੋਵੇਗਾ। ਠੀਕ ਇਸ ਸਮੇਂ ਇਹ ਯਿਸੂ ਮਸੀਹ ਦੀ ਸ਼ਖਸੀਅਤ ਵਿੱਚ ਹੋ ਕੇ ਸਾਡੇ ਦਿਲਾਂ ਦੇ ਅੰਦਰ ਹੈ।
ਇਹ ਇੱਕ ਅਸਲ ਭਾਵਨਾ ਹੈ ਜਿਸ ਵਿੱਚ ਹੋ ਕੇ ਮੈਂ ਉਸ ਰਾਜ ਦਾ ਇੱਕ ਨਾਗਰਿਕ ਹਾਂ ਜੋ ਕਿ ਅੰਤ ਵਿੱਚ ਇਸ ਧਰਤੀ ਉੱਤੇ ਰਾਜ ਕਰਨ ਜਾ ਰਿਹਾ ਹੈ, ਕਿਉਂਕਿ ਮੈਂ ਇੱਕ ਮਸੀਹੀ ਹਾਂ। ਇਸ ਤਰ੍ਹਾਂ ਭਾਵੇਂ ਰਾਜ ਆਪਣੇ ਆਪ ਵਿੱਚ ਅਜੇ ਨਹੀਂ ਆਇਆ, ਪਰਮੇਸ਼ਰ ਚਾਹੁੰਦਾ ਹੈ ਕਿ ਮੈਂ ਉਸ ਰਾਜ ਦੇ ਇੱਕ ਨਾਗਰਿਕ ਵਜੋਂ ਕਾਰਜ ਕਰਾਂ, ਨਿੱਜੀ ਤੌਰ ਤੇ ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੂਸਰੇ ਹਰੇਕ ਵਿਅਕਤੀ ਨਾਲ ਪ੍ਰਤੀਕਿਰਿਆ ਅਤੇ ਉੱਤਰਦੇਹੀ ਕਰਦਾ ਹਾਂ। ਇਸ ਤਰ੍ਹਾਂ ਯਿਸੂ ਜੀ ਇਹਨਾਂ ਬੁਨਿਆਦੀ ਵਿਵਸਥਾ ਦੀ ਇਹ ਪੁਨਰ ਵਿਆਖਿਆ ਕਰਦੇ ਹਨ। ਇੱਥੇ 4 ਜਵਾਬਦੇਹੀ ਹਨ ਜਿਨ੍ਹਾਂ ਬਾਰੇ ਯਿਸੂ ਜੀ ਗੱਲਬਾਤ ਕਰ ਰਹੇ ਹਨ। ਉਹ ਇਸ ਦਾ ਆਰੰਭ ਬੇਇੱਜ਼ਤੀ ਦੇ ਪ੍ਰਤੀ ਇੱਕ ਮੂਲਭੂਤ ਜਵਾਬਦੇਹੀ ਨਾਲ ਕਰਦੇ ਹਨ। ਇਸ ਰਾਜ ਦਾ ਇੱਕ ਵਿਅਕਤੀਗਤ ਨਾਗਰਿਕ ਕੀ ਕਰਦਾ ਹੈ ਜਦੋਂ ਉਸ ਨੂੰ ਨਿੱਜੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ? ਜੋ ਕਿ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ, ਤੂੰ ਦੂਈ ਵੀ ਉਹਦੇ ਵੱਲ ਪੁਆ ਦੇ। ਹੁਣ ਉਹ ਗੱਲ ਉੱਤੇ ਚਪੇੜ ਮਾਰੇ ਜਾਣਾ ਸਰੀਰਕ ਤੌਰ ਤੇ ਚੋਟ ਮਾਰੀ ਜਾਣੀ ਨਹੀਂ ਸੀ, ਪਰ ਇਹ ਤਾਂ ਵਿਅਕਤੀਗਤ ਬੇਇੱਜ਼ਤੀ ਅਤੇ ਹੱਟੀ ਦੇ ਬਾਰੇ ਸੀ। ਉਸ ਜ਼ਮਾਨੇ ਵਿੱਚ ਜਦੋਂ ਯਿਸੂ ਜੀ ਇਸ ਧਰਤੀ ਉੱਤੇ ਚੱਲੇ ਫਿਰੇ ਸਨ ਅਤੇ ਉਹ ਪੀੜ੍ਹੀ ਜਿਸ ਨੂੰ ਉਸਨੇ ਇਹ ਸ਼ਬਦ ਕਹੇ ਸਨ, ਸੱਜੀ ਗੱਲ ਉੱਤੇ ਚਪੇੜ ਮਾਰ ਜਾਣ ਦੀ ਉਹ ਪ੍ਰਵਾਹ ਹੁੰਦਾ ਸੀ, ਜਿਵੇਂ ਕਿ ਕੋਈ ਅੱਜ ਚੱਲ ਕੇ ਠੀਕ ਆਪ ਦੇ ਕੋਲ ਆ ਕੇ ਠੀਕ ਤੁਹਾਡੇ ਚਿਹਰੇ ਉੱਤੇ ਥੁੱਕੇ। ਇਸ ਦਾ ਠੀਕ ਇਹੋ ਹੀ ਅਰਥ ਹੁੰਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਰੋਮੀ ਅਰਥ ਵਿਵਸਥਾ ਵਿੱਚ ਇੱਕ ਗੁਲਾਮ ਆਪਣੀ ਨੰਗੀ ਪਿੱਠ ਉੱਤੇ ਕਰੋੜੇ ਤਾਂ ਮਰਵਾ ਲਵੇਗਾ, ਨਾ ਕਿ ਉਸ ਦੇ ਮਾਲਕ ਦੁਆਰਾ ਉਸ ਦੇ ਮੂੰਹ ਉੱਤੇ ਚਪੇੜ ਮਾਰਨਾ, ਕਿਉਂਕਿ ਇਸ ਗੱਲ ਹੋਣ ਵਾਲੀ ਉਸ ਦੀ ਬੇਇੱਜ਼ਤੀ ਬਹੁਤ ਹੀ ਗਹਿਰੀ ਹੁੰਦੀ ਸੀ। ਜਦੋਂ ਕੋਈ ਆਪ ਦੀ ਬੇਇੱਜ਼ਤੀ ਕਰਦਾ ਹੈ ਤਦ ਆਪ ਕੀ ਕਰਦੇ ਹੋ? ਵਿਰੋਧ ਤਾਂ ਕਰਨਾ। ਜੇਕਰ ਆਪ ਇਸ ਪੱਧਰ ਤੱਕ ਮੇਰੀ ਬੇਇੱਜ਼ਤੀ ਕਰਦੇ ਹੋ ਤਦ ਮੈਂ ਆਪ ਦੀ ਬੇਇੱਜ਼ਤੀ ਇਸ ਤੋਂ ਅਗਲੇ ਪੱਧਰ ਤੱਕ ਕਰਾਂਗਾ। ਕਦੇ-ਕਦੇ ਅਸੀਂ ਐਸੇ ਮਜ਼ਾਕ ਕਰਦੇ ਹਾਂ, ਇਸੇ ਤਰ੍ਹਾਂ ਖੇਡਦੇ ਹਾਂ, ਪਰ ਜਦੋਂ ਅਸਲ ਜੀਵਨ ਦੀ ਗੱਲ ਆਉਂਦੀ ਹੈ ਤਦ ਵਿਰੋਧਤਾ ਕਰਨ ਦੀ ਭਾਵਨਾ ਬਹੁਤ ਹੀ ਮਜ਼ਬੂਤ ਹੁੰਦੀ ਹੈ। ਇਹ ਵਿਨਾਸ਼ਕਾਰੀ ਹੈ। ਯਿਸੂ ਜੀ ਇਹ ਨਹੀਂ ਆਖ ਰਹੇ ਕਿ ਜਦੋਂ ਵੀ ਸਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ ਤਦ ਸਾਨੂੰ ਕੋਈ ਜਵਾਬਦੇਹੀ ਨਹੀਂ ਕਰਨੀ ਚਾਹੀਦੀ। ਨਵੇਂ ਨੇਮ ਵਿੱਚ ਜਦੋਂ ਖੁਦ ਯਿਸੂ ਮਸੀਹ ਬਾਰੇ ਗੱਲਬਾਤ ਕੀਤੀ ਜਾਂਦੀ ਹੈ, ਜਦੋਂ ਉਹ ਸਲੀਬ ਅਤੇ ਪੇਸ਼ੀ ਦੇ ਲਈ ਤਿਆਰੀ ਦੇ ਵਿੱਚ ਗੁਜ਼ਰ ਰਹੇ ਸਨ, ਤਦ ਯਹੂਨਾ 18 ਅਧਿਆਇ 22 ਤੇ 23 ਵਚਨ ਹਨ। ਉਹ ਆਖਦੇ ਹਨ, ਅਰ ਜਦ ਉਹਨੇ ਇਉਂ ਕਿਹਾ ਤਦ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੇ ਕੋਲ ਖੜੇ ਸੀ ਯਿਸੂ ਦੇ ਚਪੇੜ ਮਾਰ ਕੇ ਕਿਹਾ, ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈ? ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੇ ਮੈਂ ਬੁਰਾ ਕਿਹਾ ਤੇ ਤੂੰ ਬੁਰਾ ਦੀ ਗਵਾਹੀ ਦੇ, ਪਰ ਜੇ ਮੈਂ ਚੰਗਾ ਕੀਤਾ ਹੈ ਤੇ ਮੈਨੂੰ ਕਿਉਂ ਮਾਰਦਾ ਹੈ? ਇਸ ਤਰ੍ਹਾਂ ਨਹੀਂ ਸੀ ਕਿ ਉਸਨੇ ਕੋਈ ਜਵਾਬਦੇਹੀ ਨਹੀਂ ਸੀ ਕੀਤੀ। ਇੱਕ ਹੋਰ ਮੌਕੇ ਤੇ ਪੌਲੁਸ ਰਸੂਲ ਇਸ ਸਥਿਤੀ ਵਿੱਚ ਰਸੂਲਾਂ ਦੇ ਕਿਤਾਬ 23 ਅਧਿਆਇ 2 ਤੇ 3 ਦੇ ਵਚਨ ਹਨ। ਤਾਂ ਹਨਨੀਆ ਨਾਮੇ ਸਰਦਾਰ ਜਾਜਕ ਨੇ ਉਹਨਾਂ ਨੂੰ ਜਿਹੜੇ ਕੋਲ ਖਲੋਤੇ ਸਨ ਹੁਕਮ ਦਿੱਤਾ, ਭਾਈ ਮਾਰੋ ਇਹਦੇ ਮੂੰਹ ਤੇ। ਤਦ ਪੌਲੁਸ ਨੇ ਉਹਨੂੰ ਆਖਿਆ, ਸਫੇਦੀ ਫਿਰੀ ਹੋਈ ਕੰਧੋ, ਪਰਮੇਸ਼ਰ ਤੁਹਾਨੂੰ ਮਾਰੇਗਾ। ਤੂੰ ਤੇ ਸ਼ਰ੍ਹਾ ਦੇ ਮੁਜਬ ਮੇਰਾ ਨਿਆਂ ਕਰਨ ਲਈ ਬੈਠਾ ਹੈ ਅਤੇ ਸ਼ਰ੍ਹਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈ? ਕਿ ਮੈਂ ਸੋਚਦਾ ਹਾਂ ਇਸ ਤਰ੍ਹਾਂ ਦੀ ਬੋਲੀ ਵਿੱਚ ਇਸ ਤਰ੍ਹਾਂ ਆਖਣਾ ਜ਼ਿਆਦਾ ਅੱਛਾ ਨਹੀਂ ਸੀ। ਪੌਲੁਸ ਨੂੰ ਬਸ ਇਸ ਤਰ੍ਹਾਂ ਨਹੀਂ ਸੀ, ਕੋਈ ਜਵਾਬਦੇਹੀ ਨਹੀਂ ਸੀ ਕੀਤੀ। ਯਿਸੂ ਜੀ ਆਖ ਰਹੇ ਸਨ, ਜਦੋਂ ਉਹਨਾਂ ਨੇ ਇਹ ਆਖਿਆ ਸੀ ਕਿ ਜੇਕਰ ਕੋਈ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ, ਜੇਕਰ ਕੋਈ ਆਪ ਦੀ ਬੇਇੱਜ਼ਤੀ ਕਰਦਾ ਹੈ ਤਦ ਦੂਸਰੀ ਗੱਲ ਵੀ ਉਸ ਵੱਲ ਪੁਆ ਦੇ। ਕਿ ਉਹ ਨਿਰਧਾਰਿਤ ਸੀਮਾਵਾਂ ਦੇ ਨਾਲ ਸੰਬੰਧਿਤ ਫਾਰਮੂਲੇ ਦੱਸ ਰਹੇ ਸੀ? ਦੂਸਰੇ ਸ਼ਬਦਾਂ ਵਿੱਚ ਕਿ ਆਪ ਜਵਾਬਦੇਹੀ ਕਰਨ ਤੋਂ ਪਹਿਲਾਂ ਆਪ ਨੂੰ 2 ਵਾਰ ਕਿਸੇ ਵਿਅਕਤੀ ਨੂੰ ਆਪ ਦੀ ਬੇਇੱਜ਼ਤੀ ਕਰਨ ਦੀ ਚਾਹੀਦੀ ਹੈ। ਮੈਂ ਇੱਕ ਪ੍ਰਚਾਰਕ ਬਾਰੇ ਸੁਣਿਆ ਸੀ ਜੋ ਇਸ ਇਨਾਮ ਦੀ ਮੁੱਕੇਬਾਜ਼ੀ ਕਰਨਾ ਹੁੰਦਾ ਸੀ। ਪਰਮੇਸ਼ਰ ਨੇ ਉਸ ਨੂੰ ਸੇਵਾ ਲਈ ਬੁਲਾ ਲਿਆ। ਪਰਮੇਸ਼ਰ ਨੇ ਉਸ ਨੂੰ ਕਸਬੇ ਦੇ ਸਭ ਤੋਂ ਭੈੜੇ ਇਲਾਕੇ ਵਿੱਚ ਇੱਕ ਕਲੀਸਿਆ ਦਾ ਆਰੰਭ ਕਰਨ ਲਈ ਬੁਲਾਇਆ, ਜਿੱਥੇ ਸਾਰੇ ਬਦਮਾਸ਼ ਰਹਿੰਦੇ ਸਨ ਅਤੇ ਜਿੱਥੇ ਅਪਰਾਧ ਅਤੇ ਭੈੜੇ ਕੰਮ ਆਮ ਪ੍ਰਚਲਿਤ ਸਨ। ਸਪਸ਼ਟ ਹੈ ਕਿ ਜਦੋਂ ਉਹਨਾਂ ਨੇ ਸੁਣਿਆ ਕਿ ਇਹ ਬੰਦਾ ਇੱਕ ਕਲੀਸਿਆ ਦਾ ਆਰੰਭ ਕਰਨ ਆ ਰਿਹਾ ਸੀ, ਉਹ ਉਹਨਾਂ ਦੇ ਸਮਾਜ ਵਿੱਚੋਂ ਕੋਈ ਰੂਹਾਨੀ ਪ੍ਰਭਾਵ ਪਾਉਣ ਲਈ ਜ਼ਿਆਦਾ ਉਤਸੁਕ ਨਹੀਂ ਸਨ। ਉਹ ਇਸ ਪ੍ਰਚਾਰਕ ਬਾਰੇ 2 ਗੱਲਾਂ ਜਾਣਦੇ ਸਨ। ਪਹਿਲੀ ਗੱਲ ਇਹ ਕਿ ਉਹ ਵਿਸ਼ਵ ਪੱਧਰ ਦਾ ਮੁੱਕੇਬਾਜ਼ ਸੀ ਅਤੇ ਇਹ ਉਹ ਪਹਾੜੀ ਉਪਦੇਸ਼ ਦਾ ਦ੍ਰਿੜ ਸਮਰਥਕ ਸੀ। ਇੱਕ ਦਿਨ ਉਹਨਾਂ ਵਿੱਚੋਂ 2 ਜਣੇ ਉਸ ਨੂੰ ਮਿਲਣ ਲਈ ਗਏ। ਉਸ ਨੇ ਉਹਨਾਂ ਨੂੰ ਜੀ ਆਇਆ ਆਖਣ ਲਈ ਦਰਵਾਜ਼ਾ ਖੋਲ੍ਹਿਆ। ਪਹਿਲੇ ਨੇ ਬੜੀ ਜ਼ੋਰ ਨਾਲ ਉਸ ਦੇ ਚਿਹਰੇ ਉੱਤੇ ਮਾਰਿਆ। ਉਸ ਦੇ ਮੂੰਹ ਦੇ ਸੱਜੇ ਪਾਸੇ ਉਹ ਉੱਡ ਕੇ ਫਰਸ਼ ਉੱਤੇ ਡਿੱਗ ਪਿਆ। ਫਿਰ ਉੱਠਿਆ, ਦਰਵਾਜ਼ੇ ਕੋਲ ਗਿਆ ਅਤੇ ਦੂਸਰੀ ਗੱਲ ਉਸ ਵੱਲ ਪੁਆ ਦਿੱਤੀ। ਇਸੇ ਤਰ੍ਹਾਂ ਦੂਸਰੇ ਨੇ ਉਸ ਨੂੰ ਵਾਪਸ ਖਿੱਚਿਆ ਅਤੇ ਉਸ ਦੇ ਮੂੰਹ ਦੇ ਦੂਸਰੇ ਪਾਸੇ ਮਾਰਿਆ ਅਤੇ ਉਹ ਉੱਡ ਕੇ ਫਰਸ਼ ਉੱਤੇ ਜਾ ਡਿੱਗਿਆ। ਫਿਰ ਉਹ ਉੱਠਿਆ, ਆਪਣਾ ਕੋਟ ਉਤਾਰਿਆ, ਆਪਣੀਆਂ ਬਾਹਾਂ ਉੱਪਰ ਕੀਤੀਆਂ ਅਤੇ ਆਖਿਆ,
ਭੱਦਰ ਪੁਰਸ਼ੋ, ਪ੍ਰਭੂ ਵੱਲੋਂ ਮੈਨੂੰ ਇਸ ਤੋਂ ਅੱਗੇ ਹੋਰ ਕੋਈ ਹਦਾਇਤ ਨਹੀਂ ਹੈ। ਕਿ ਪ੍ਰਭੂ ਇਸ ਤਰ੍ਹਾਂ ਆਖਣ ਦਾ ਇਹੋ ਹੀ ਭਾਵ ਸੀ? ਕਿਸੇ ਨੂੰ 2 ਵਾਰ ਆਪ ਨਾਲ ਇਹ ਕਰਨ ਦਿਓ, ਪਰ ਫਿਰ ਜਦੋਂ ਉਹ ਦੂਸਰੀ ਵਾਰ ਵਾਪਸ ਜਾਂਦੇ ਹਨ, ਵਾਹ, ਉਹ ਫਿਰ ਇਸ ਨੂੰ ਸਹਿ ਚੁੱਕਾ। ਮੈਂ ਇਸ ਤਰ੍ਹਾਂ ਨਹੀਂ ਸੋਚਦਾ। ਪ੍ਰਭੂ ਦੁਆਰਾ ਦਿੱਤੀਆਂ ਇਹਨਾਂ ਉਦਾਹਰਨਾਂ ਤੋਂ ਅੱਜ ਅਸੀਂ ਸਿੱਖਾਂਗੇ ਕਿ ਇੱਕ ਭਾਵ ਹੈ ਜਿਸ ਵਿੱਚ ਹੋ ਕੇ ਪਰਮੇਸ਼ਰ ਸਾਤੋਂ ਇਹ ਆਸ ਕਰਦਾ ਹੈ ਜੋ ਕਿ ਅਸੀਂ ਉਸ ਦੇ ਲੋਕ ਹਾਂ। ਅਸੀਂ ਸਿੱਖੀਏ ਕਿ ਸਾਡੀ ਪ੍ਰਣਾਲੀ ਵਿੱਚ ਵਿਚਲੀ ਬੁਰਾਈ ਵਿੱਚ ਘੁਲਣਾ ਮਿਲਣਾ ਕੀ ਹੁੰਦਾ ਹੈ, ਕਿਉਂਕਿ ਇਸ ਦੇ ਗਿਆਨ ਵਿੱਚ ਰਚਨਾ ਇੱਕ ਇਹੋ ਤਰੀਕਾ ਹੈ ਜਿਸ ਦੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਮੈਨੂੰ ਇੱਕ ਫੌਜੀ ਦੀ ਕਹਾਣੀ ਯਾਦ ਹੈ ਜੋ ਆਪਣੀ ਵੈਰਕਾਂ ਵਿੱਚ ਰਹਿੰਦਾ ਮਸੀਹ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉੱਥੇ ਇੱਕ ਵਿਰੋਧੀ ਨਾਸਤਿਕ ਫੌਜੀ ਸੀ ਜੋ ਉਸ ਨੂੰ ਛੱਡਦਾ ਹੀ ਨਹੀਂ ਸੀ। ਉਹ ਤਾਂ ਬਸ ਉਸ ਦਾ ਮਖੌਲ ਉਡਾਉਂਦਾ, ਉਸ ਦੀ ਬੇਇੱਜ਼ਤੀ ਕਰਦਾ ਅਤੇ ਹਰ ਤਰ੍ਹਾਂ ਦੀਆਂ ਗਾਲਾਂ ਕੱਢਦਾ ਹੁੰਦਾ ਸੀ। ਇੱਕ ਰਾਤ ਆਪਣੀ ਸ਼ਰਾਬ ਦੇ ਨਸ਼ੇ ਵਿੱਚ ਇਸ ਜਵਾਨ ਨਵੇਂ ਭਰਤੀ ਹੋਏ ਮਨੁੱਖ ਦੀ ਧਾਰਮਿਕਤਾ ਦੇ ਕਰਕੇ ਉਹ ਕ੍ਰੋਧਿਤ ਹੋ ਗਿਆ ਅਤੇ ਆਪਣੇ ਬੂਟ ਲਾਏ ਅਤੇ ਉਸ ਵਿਸ਼ਵਾਸੀ ਫੌਜੀ ਵੱਲ ਮਾਰੇ ਜੋ ਉਸ ਦੀ ਗਰਦਨ ਦੇ ਪਿੱਛੇ ਜਾ ਕੇ ਵੱਜੇ। ਕੁਝ ਪਲ ਬਾਅਦ ਉਹ ਸ਼ਰਾਬੀ ਫੌਜੀ ਪਿੱਛੇ ਡਿੱਗਿਆ ਅਤੇ ਆਪਣੇ ਬਿਸਤਰੇ ਵਿੱਚ ਸੋ ਗਿਆ। ਨਵੇਂ ਭਰਤੀ ਹੋਏ ਫੌਜੀ ਨੇ ਉੱਠ ਕੇ ਦੂਸਰਾ ਬੂਟ ਵੀ ਚੁੱਕਿਆ ਅਤੇ ਬਿਸਤਰ ਦੇ ਕਿਨਾਰੇ ਬੈਠਾ ਅਤੇ ਪੋਲਿਸ਼ ਕਰਕੇ ਚੰਗੀ ਤਰ੍ਹਾਂ ਚਮਕਾਇਆ ਅਤੇ ਉਸ ਫੌਜੀ ਦੇ ਮੰਜੇ ਹੇਠਾਂ ਰੱਖ ਦਿੱਤਾ ਜਿਸ ਨੇ ਉਹ ਬੂਟ ਉਸ ਦੇ ਮਾਰੇ ਸਨ। ਅਗਲੇ ਦਿਨ ਉਹ ਹੈਰਾਨ ਹੋਇਆ ਕਿ ਇਹ ਸਭ ਕਿਵੇਂ ਹੋ ਗਿਆ। ਮੈਂ ਬਾਕੀ ਕਹਾਣੀ ਨਹੀਂ ਜਾਣਦਾ, ਪਰ ਮੈਨੂੰ ਬਾਕੀ ਕਹਾਣੀ ਜਾਣਨ ਦੀ ਜ਼ਰੂਰਤ ਵੀ ਨਹੀਂ। ਉਹ ਸਮਝ ਗਿਆ ਸੀ ਕਿ ਯਿਸੂ ਜੀ ਇੱਥੇ ਇਹ ਗੱਲ ਕਹਿ ਰਹੇ ਸਨ ਕਿ ਕਦੇ-ਕਦੇ ਸਾਨੂੰ ਜੋ ਕੁਝ ਲੋਕ ਸਾਡੇ ਨਾਲ ਕਰਦੇ ਹਨ, ਸਾਨੂੰ ਉਹਨਾਂ ਦੇ ਪ੍ਰਤੀ ਬੁਨਿਆਦੀ ਉੱਤਰਦੇਹੀ ਕਰਨੀ ਪੈਣੀ ਹੈ। ਬੁਨਿਆਦੀ ਅਨਿਆਇਪੂਰਨ ਇੱਥੋਂ ਤੱਕ ਕਿ ਜਦੋਂ ਲੋਕ ਉਸ ਨੂੰ ਸੁਣਨ ਤਦ ਉਹ ਆਖਣ ਹੈ, ਉਸ ਨੇ ਕੀ ਕੀਤਾ? ਮਸੀਹਤ ਇੱਕ ਮੂਲਪਤ ਧਰਮ ਹੈ। ਮਸੀਹਤ ਉਸ ਸਭ ਤੋਂ ਭਿੰਨ ਹੈ ਜੋ ਕੁਝ ਵੀ ਜਗਤ ਜਾਣਦਾ ਹੈ, ਕੁਝ ਵੀ ਜੋ ਸਾਡੇ ਵਿੱਚ ਜ਼ਿਆਦਾਤਰ ਬਾਰ-ਬਾਰ ਅਭਿਆਸ ਕਰਦੇ ਹਨ। ਮੇਰੇ ਵਿੱਚ ਵੀ ਇਹੋ ਹੀ ਸੁਭਾਅ ਹੈ ਜੋ ਹੋਰ ਸਭਨਾਂ ਵਿੱਚ ਹੈ। ਮੈਂ ਵੀ ਠੀਕ ਹੋਰਨਾਂ ਦੀ ਤਰ੍ਹਾਂ ਹੀ ਬੇਇੱਜ਼ਤੀ ਕੀਤਾ ਜਾਣਾ ਪਸੰਦ ਨਹੀਂ ਕਰਦਾ। ਇੱਥੋਂ ਤੱਕ ਕਿ ਅੱਜ ਕੱਲ੍ਹ ਕੈਲੀਫੋਰਨੀਆ ਵਿੱਚ ਆਪ ਨੂੰ ਕੁਝ ਨਹੀਂ ਕਰਨਾ ਪੈਂਦਾ। ਬਸ ਸੜਕ ਉੱਤੇ ਗੱਡੀ ਚਲਾਓ ਜਾਂ ਤੇਜ਼ੀ ਨਾਲ ਮੋੜ ਕੱਟੋ, ਜਰਾ ਜ਼ਿਆਦਾ ਹੌਲੀ ਚੱਲੋ, ਆਪ ਦੀ ਬਸ ਬੇਇੱਜ਼ਤੀ ਹੋਈ ਹੀ ਹੋਈ। ਮੈਂ ਕੁਝ ਖਾਣ ਵਾਸਤੇ ਖਰੀਦਣ ਨੂੰ ਜਾ ਰਿਹਾ ਸੀ। ਕਦੇ-ਕਦੇ ਗੱਡੀ ਚਲਾਉਂਦਿਆਂ ਵਕਤ ਮੈਂ ਮਾਨਸਿਕ ਤੌਰ ਤੇ ਗੌਰ ਹਾਜ਼ਰ ਹੁੰਦਾ ਹਾਂ, ਪਰ ਮੈਂ ਸੋਚਦਾ ਹਾਂ ਕਿ ਮੈਂ ਸੱਚਮੁੱਚ ਕੁਝ ਗਲਤ ਨਹੀਂ ਕਰਦਾ। ਕੋਈ ਇਸ ਤਰ੍ਹਾਂ ਲੱਗਾ ਕਿ ਉਹ ਮੁੰਨ ਲੱਗਾ ਹੈ, ਪਰ ਫਿਰ ਉਸਨੇ ਆਪਣਾ ਵਿਚਾਰ ਬਦਲ ਲਿਆ। ਇਸ ਕਰਕੇ ਮੈਂ ਸੜਕ ਉੱਤੇ ਚੜ੍ਹ ਗਿਆ। ਫਿਰ ਉਹਨੇ ਦੁਬਾਰਾ ਆਪਣਾ ਵਿਚਾਰ ਬਦਲ ਲਿਆ ਅਤੇ ਸੋਚਿਆ ਕਿ ਮੈਂ ਜਾਣ ਬੁੱਝ ਕੇ ਉਹਦੇ ਸਾਹਮਣੇ ਹੋਇਆ ਹਾਂ। ਇਸ ਤਰ੍ਹਾਂ ਮੈਂ ਹੁਣ ਹੋਟਲ ਦੀ ਇਸ ਬਾਹਰੋਂ ਬਾਹਰ ਸਮਾਨ ਖਰੀਦ ਕੇ ਜਾਣ ਵਾਲੀ ਗੱਡੀਆਂ ਦੀ ਲਾਈਨ ਵਿੱਚ ਹਾਂ ਅਤੇ ਇਹ ਔਰਤ ਜੋ ਮੇਰੇ ਪਿੱਛੇ ਆਪਣੀ ਗੱਡੀ ਦਾ ਸ਼ੀਸ਼ਾ ਥੱਲੇ ਕੀਤੇ ਹੋਇਆ ਉਹ ਬੁਰਾ ਭਲਾ ਆਖਦੀ ਹੋਰ ਸਭ ਕੁਝ ਵਿਖਾ ਰਹੀ ਸੀ। ਮੈਂ ਆਪਣੀ ਗੱਡੀ ਦੇ ਸ਼ੀਸ਼ੇ ਵਿੱਚ ਉਸ ਨੂੰ ਵੇਖ ਸਕਿਆ ਸੀ। ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ। ਸਿੱਧੇ ਜਾਣ ਵਾਲੀ ਲਾਈਨ ਵਿੱਚ ਆਪ ਇੱਥੇ ਪੈਸਾ ਦਿੰਦੇ ਹੋ, ਜੋ ਖਰੀਦਣਾ ਹੈ ਉਹ ਅਕਸਰ ਕਰਦੇ ਹੋ ਅਤੇ ਅੱਗੇ ਚਲੇ ਜਾਂਦੇ ਹੋ। ਮੈਂ ਆਪਣੇ ਖਾਣੇ ਦਾ ਆਰਡਰ ਦਿੱਤਾ। ਫਿਰ ਮੈਂ ਪਹਿਲੀ ਖਿੜਕੀ ਦੇ ਸਾਹਮਣੇ ਗਿਆ ਜਿੱਥੇ ਮੈਨੂੰ ਪੈਸੇ ਦੇਣੇ ਚਾਹੀਦੇ ਸਨ। ਮੈਂ ਇਹ ਇੱਕ ਨੇਕ ਵਿਚਾਰ ਪਾਇਆ। ਮੈਂ ਆਖਿਆਨ ਕਿ ਤੂੰ ਮੇਰੇ ਪਿਛਲੀ ਕਾਰ ਵਿਚਲੀ ਔਰਤ ਨੂੰ ਦੇਖ ਰਿਹਾ ਹੈ? ਉਸ ਪੈਸੇ ਲੈਣ ਵਾਲੇ ਨੇ ਆਖਿਆ, ਜੀ ਹਾਂ। ਮੈਂ ਆਖਿਆ, ਉਸਨੇ ਕਿੰਨੇ ਪੈਸਿਆਂ ਦਾ ਖਾਣੇ ਦਾ ਆਰਡਰ ਦਿੱਤਾ ਹੈ? ਉਹ ਪੈਸੇ ਲੈਣ ਵਾਲੇ ਨੇ ਆਖਿਆ, ਆਪ ਦਾ ਕੀ ਭਾਵ ਹੈ? ਮੈਂ ਆਖਿਆ, ਕਿੰਨੇ ਪੈਸਿਆਂ ਦਾ ਖਾਣੇ ਦਾ ਆਰਡਰ ਉਸ ਔਰਤ ਨੇ ਦਿੱਤਾ ਹੈ? ਉਹ ਆਖਣ ਲੱਗਾ, $8 ਅਤੇ ਕੁਝ ਉੱਪਰ। ਮੈਂ ਆਖਿਆ, ਮੈਂ ਉਸ ਦੇ ਖਾਣੇ ਦੇ ਪੈਸੇ ਦੇਣਾ ਚਾਹੁੰਦਾ ਹਾਂ। ਉਸਨੇ ਆਖਿਆ, ਕੀ ਕਦੇ ਵੀ ਕਿਸੇ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ? ਜੀ ਹਾਂ। ਬਹੁਤ ਅੱਛਾ, ਇਹ ਤਾਂ ਬਹੁਤ ਨੇਕ ਹੈ। ਕਦੇ ਕਿਸੇ ਨੇ ਇਸ ਤੋਂ ਪਹਿਲਾਂ ਨਹੀਂ ਕੀਤਾ। ਇਸ ਤਰ੍ਹਾਂ ਮੈਂ ਉਸ ਦੇ ਖਾਣੇ ਦੇ ਪੈਸੇ ਦੇ ਦਿੱਤੇ। ਫਿਰ ਮੈਂ ਅੱਗੇ ਨਿਕਲ ਕੇ ਆਪਣਾ ਖਾਣਾ ਲਿਆ ਅਤੇ ਮੈਂ ਉਸ ਔਰਤ ਨੂੰ ਆਪਣੀ ਕਾਰ ਦੇ ਸ਼ੀਸ਼ੇ ਵਿੱਚ ਹੀ ਪੈਸੇ ਦੇਣ ਵਾਲੀ ਖਿੜਕੀ ਤੇ ਖੜੀ ਵੇਖ ਸਕਿਆ ਸੀ ਅਤੇ ਪਹਿਲੀ ਗੱਲ ਤਾਂ ਮੈਂ ਇਹ ਨਿਸ਼ਚਿੰਤ ਕਰਨੀ ਚਾਹੁੰਦਾ ਸੀ ਕਿ ਉਹ ਖਿੜਕੀ ਉੱਤੇ ਬੈਠਾ ਬੰਦਾ ਉਸ ਔਰਤ ਤੋਂ ਦੁਬਾਰਾ ਪੈਸੇ ਲੈ ਕੇ ਆਪਣੀ ਜੇਬ ਵਿੱਚ ਤਾਂ ਨਹੀਂ ਪਾ ਰਿਹਾ, ਪਰ ਉਸਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਮੈਂ ਉਸ ਨੂੰ ਔਰਤਾਂ ਨੂੰ ਇਹ ਦੱਸਦਿਆਂ ਵੇਖਿਆ ਕਿ ਮੈਂ ਕੀ ਕੀਤਾ ਸੀ ਅਤੇ ਸ਼ੀਸ਼ੇ ਵਿੱਚ ਹੀ ਇਹ ਸਭ ਤੱਕਣਾ ਮੇਰੇ ਲਈ ਸਭ ਤੋਂ ਵੱਧ ਅਦਭੁਤ ਚੀਜ਼ ਸੀ ਜੋ ਕਦੇ ਵੀ ਬਰਪੀ ਹੋਵੇ। ਜਿਸ ਤਰ੍ਹਾਂ ਮੈਂ ਆਪਣੇ ਹਮਬਰਗਰ ਦਾ ਆਨੰਦ ਉਸ ਦਿਨ ਮਾਣਿਆ, ਇਸ ਤਰ੍ਹਾਂ ਕਦੇ ਵੀ ਨਹੀਂ ਸੀ ਆਇਆ। ਮੈਂ ਤਾਂ ਬਸ ਉਸ ਨੂੰ ਘਰ ਜਾਂਦਿਆਂ ਵੇਖ ਸਕਿਆ ਸੀ ਅਤੇ ਆਪਣੇ ਪਤੀ ਨੂੰ ਇਹ ਦੱਸਦਿਆਂ ਕਿ ਉਸ ਦਿਨ
ਉਸ ਨਾਲ ਕੀ ਵਰਤਿਆ ਸੀ। ਇਹੋ ਹੀ ਹੈ ਜਿਸ ਬਾਰੇ ਮੈਂ ਇੱਥੇ ਗੱਲਬਾਤ ਕਰ ਰਿਹਾ ਹਾਂ। ਜਦੋਂ ਵੀ ਆਪ ਨੂੰ ਠੇਸ ਪਹੁੰਚਦੀ ਹੈ ਤਦ ਬੁਨਿਆਦੀ ਜਵਾਬਦੇਹੀ ਕਰੋ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੀ ਬੇਇੱਜ਼ਤੀ ਦੇ ਪ੍ਰਤੀ ਜਵਾਬਦੇਹੀ ਦੇ ਬਾਰੇ ਵਿਸਥਾਰ ਨਾਲ ਚਰਚਾ ਕਰ ਰਹੇ ਸੀ। ਇਸ ਦੇ ਲਈ ਅਸੀਂ ਮੱਤੀ ਦੀ ਅੰਜੀਲ ਦੇ 5 ਅਧਿਆਏ ਦੀ 38 ਤੋਂ 41 ਆਇਤਾਂ ਤੱਕ ਦਾ ਅਧਿਐਨ ਕੀਤਾ। ਬਾਈਬਲ ਬਾਣੀ ਦੇ ਇਹਨਾਂ ਵਚਨਾਂ ਦੇ ਵਿੱਚੋਂ ਪ੍ਰਭੂ ਯਿਸੂ ਜੀ ਸਾਨੂੰ ਸਿਖਾਉਂਦੇ ਹਨ ਕਿ ਜਦੋਂ ਲੋਕ ਤੁਹਾਨੂੰ ਬੇਇੱਜ਼ਤ ਕਰਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਪਹਾੜੀ ਉਪਦੇਸ਼ ਪ੍ਰਭੂ ਯਿਸੂ ਜੀ ਦੁਆਰਾ ਪ੍ਰਚਾਰ ਕੀਤੇ ਗਏ ਸਭ ਤੋਂ ਮਹਾਨ ਉਪਦੇਸ਼ ਮੰਨੇ ਜਾਂਦੇ ਹਨ, ਕਿਉਂਕਿ ਇਹਨਾਂ ਦੇ ਵਚਨਾਂ ਦੁਆਰਾ ਉਹ ਸਾਨੂੰ ਸਭ ਤੋਂ ਕਠਿਨ ਅਤੇ ਚੁਣੌਤੀਆਂ ਭਰੀਆਂ ਗੱਲਾਂ ਦੇ ਉੱਤੇ ਸਾਨੂੰ ਜਾਣਕਾਰੀ ਦਿੰਦੇ ਹਨ। ਅੱਜ ਅਸੀਂ ਬੇਇੱਜ਼ਤੀ ਦੇ ਪ੍ਰਤੀ ਸਾਡੀ ਜਵਾਬਦੇਹੀ ਬਾਰੇ ਸਿੱਖਿਆ। ਇਹਨਾਂ ਵਚਨਾਂ ਦੇ ਵਿੱਚ ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਵਿਵਸਥਾ ਦੇ ਬਾਰੇ ਇੱਕ ਆਸਾਨ ਵਿਆਖਿਆ ਨੂੰ ਪੇਸ਼ ਕਰਦੇ ਹਨ। ਵਿਵਸਥਾ ਕੋਈ ਅਜਿਹੀ ਚੀਜ਼ ਨਹੀਂ ਜਿਸ ਦੀ ਅਸੀਂ ਬਾਹਰੀ ਤੌਰ 'ਤੇ ਆਗਿਆਕਾਰੀ ਕਰਦੇ ਹਾਂ, ਪਰ ਇਹ ਤਾਂ ਅਜਿਹੀ ਚੀਜ਼ ਹੈ ਜੋ ਕਿਸੇ ਵਿਅਕਤੀ ਦੇ ਦਿਲ ਤੱਕ ਉਤਰ ਜਾਂਦੀ ਹੈ। ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਨੇ ਇਸ ਨੂੰ ਹੋਰ ਜ਼ਿਆਦਾ ਸਪਸ਼ਟਤਾ ਦੇ ਨਾਲ ਸਮਝਾਉਣ ਦੇ ਲਈ ਕੁਝ ਲੋਕਾਂ ਦੀਆਂ ਜੀਵੰਤ ਉਦਾਹਰਨਾਂ ਨੂੰ ਪੇਸ਼ ਕੀਤਾ, ਜੋ ਕਿ ਸੱਚਮੁੱਚ ਦਿਲਾਂ ਨੂੰ ਛੂਹਣ ਵਾਲੇ ਉਦਾਹਰਨ ਸੀ। ਦੋਸਤੋ, ਅੱਜ ਅਸੀਂ ਜਾਣਿਆ ਕਿ ਬੁਨਿਆਦੀ ਜਵਾਬਦੇਹੀ ਤਾਂ ਸਾਨੂੰ ਕਰਨੀ ਹੀ ਪੈਣੀ ਹੈ। ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਵਚਨ ਚੰਗਾ ਲੱਗਿਆ ਹੋਵੇਗਾ। ਇਸ ਦੇ ਬਾਕੀ ਹਿੱਸੇ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੇਖਾਂਗੇ, ਕਿਉਂਕਿ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ। ਦੋਸਤੋ, ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਤਾਂ ਤੁਸੀਂ ਸਾਨੂੰ ਮਿਸ ਕਾਲ ਕਰਕੇ ਦੱਸ ਸਕਦੇ ਹੋ। ਜੇਕਰ ਤੁਹਾਨੂੰ ਪ੍ਰਾਰਥਨਾ ਦੀ ਜ਼ਰੂਰਤ ਹੈ ਜਾਂ ਫਿਰ ਪ੍ਰੋਗਰਾਮ ਤੋਂ ਸੰਬੰਧਿਤ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਹੁਣੇ ਹੀ ਸੰਪਰਕ ਕਰ ਸਕਦੇ ਹੋ। ਸਾਡੇ ਸੰਪਰਕ ਨੰਬਰ ਤੁਹਾਡੇ ਟੈਲੀਵਿਜ਼ਨ ਦੀ ਸਕਰੀਨ ਦੇ ਉੱਤੇ ਆ ਰਹੇ ਹਨ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ ਜੀ, ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਕਿ ਅੱਜ ਫਿਰ ਤੁਸੀਂ ਪ੍ਰਭੂ ਜੀ ਸਾਨੂੰ ਇੱਕ ਬਹੁਤ ਅੱਛੀ ਸਿੱਖਿਆ ਦੇ ਨਾਲ ਆਸ਼ੀਸ਼ਿਤ ਕੀਤਾ। ਸਾਨੂੰ ਪ੍ਰਭੂ ਤੁਸੀਂ ਸਿਖਾਇਆ ਕਿ ਜੇਕਰ ਲੋਕ ਤੁਹਾਨੂੰ ਬੇਇੱਜ਼ਤ ਕਰਨ ਤਾਂ ਤੁਸੀਂ ਉਹਨਾਂ ਦਾ ਪ੍ਰਤੀ ਉੱਤਰ ਕਿਸ ਤਰ੍ਹਾਂ ਦਿਓ। ਪਿਤਾ, ਤੁਸੀਂ ਸਾਨੂੰ ਸਿਖਾਇਆ ਕਿ ਸਾਨੂੰ ਚੁੱਪ ਨਹੀਂ ਰਹਿਣਾ, ਬਲਕਿ ਆਪਣੇ ਪੱਖ, ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖਣੀ ਜ਼ਰੂਰੀ ਹੈ। ਪਿਆਰੇ ਪਿਤਾ ਪਰਮੇਸ਼ਰ, ਅਸੀਂ ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਵਚਨ ਵਾਸਤੇ। ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਸਾਡੀ ਕਿਰਪਾ ਇਸੇ ਤਰ੍ਹਾਂ ਬਣਾਏ ਰੱਖੋ ਔਰ ਸਾਨੂੰ ਪਿਤਾ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਮਜ਼ਬੂਤੀ ਪ੍ਰਦਾਨ ਕਰਦੇ ਜਾਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।